ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰ। ਧੰਨ ਵਾਹਿਗੁਰੂ ਜੀ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਰਾਗ ਰਾਮ ਕਲੀ ਮਹਲਾ ਨੌਵਾਂ ਤੇ ਪਦੇ। ਰੇ ਮਨ ਓਟ ਲੇਹੁ ਹਰ ਨਾਮਾ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਾਦ ਨਿਰਬਾਨਾ। ਰੇ ਮਨ ਓਟ ਲੇਹੁ ਹਰ ਨਾਮਾ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਦ ਨਿਰਬਾਨਾ। ਰਹਾਉ ਬਡ ਭਾਗੀ ਤੇ ਜਨ ਕੋ ਜਾਨਹੁ, ਜੋ ਹਰਿ ਕੇ ਗੁਣ ਗਾਵੈ। ਜਨਮ ਜਨਮ ਕੇ ਪਾਪ ਖੋਏ ਕੈ, ਫੁਨ ਬੈਕੁੰਠ ਸਿਧਾਵੈ। ਅਜਾ ਮਲ ਕੋ ਅੰਤ ਕਾਲ ਮਹਿ, ਨਾਰਾਇਣ ਸੋਧਿਆਈ। ਜਾਂ ਗਾਤ ਕੋ ਜੋਗੀਸ਼ੁਰ ਬਾਸ਼ਤ, ਸੋ ਗਤ ਛਿਨ ਮਹਿ ਪਾਈ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤੇ ਦੀਨਾ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤੇ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਦੇਵ ਜੀ ਦੇ ਪਾਵਨ ਹਜ਼ੂਰ ਹਾਜ਼ਰੀ ਭਰਨ ਦਾ ਅਤੇ ਸਤਿਗੁਰੂ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਇਹ ਸਮਾਂ ਦੇ ਕੇ ਨਿਵਾਜਿਆ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਨੂੰ ਲੜੀਵਾਰ ਵਿਚਾਰਨ ਦਾ ਸਤਿਗੁਰੂ ਦੇ
ਪਾਵਨ ਉਪਦੇਸ਼ ਨੂੰ ਸਮਝਣ ਦਾ ਆਪਾਂ ਯਤਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਖ-ਵੱਖ ਰਾਗਾਂ ਦੇ ਵਿੱਚ ਅੰਕਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪਾਂ ਲੜੀਵਾਰ ਵਿਚਾਰਦਿਆਂ ਹੋਇਆਂ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝ ਕੇ ਜੋ ਹਜ਼ੂਰ ਨੇ ਆਪਣੇ ਅਨੁਭਵ ਵਿੱਚੋਂ ਸਾਨੂੰ ਸੇਧ ਪ੍ਰਦਾਨ ਕੀਤੀ ਹੈ, ਜੋ ਜੀਵਨ ਜੁਗਤੀ ਸਾਨੂੰ ਬਖਸ਼ਿਸ਼ ਕੀਤੀ ਹੈ, ਇਸ ਨੂੰ ਆਪਾਂ ਜਿੱਥੇ ਸਮਝਣਾ ਹੈ ਉੱਥੇ ਯਤਨਸ਼ੀਲ ਵੀ ਹੋਣਾ ਹੈ ਕਿ ਸਤਿਗੁਰੂ ਦਾ ਇਹ ਉਪਦੇਸ਼ ਸਾਡੇ ਮਨ ਮਸਤਕ ਉੱਤੇ, ਸਾਡੀ ਸੁਰਤ ਉੱਤੇ ਅਸਰ ਅੰਦਾਜ਼ ਹੋਵੇ, ਪ੍ਰਭਾਵ ਪਾ ਸਕੇ, ਤਾਂ ਕਿ ਸਤਿਗੁਰੂ ਦਾ ਇਹ ਪਾਵਨ ਉਪਦੇਸ਼ ਸਾਡੇ ਕਰਮ ਦਾ ਭਾਗ ਬਣ ਕੇ ਸਾਡੇ ਜੀਵਨ ਦਾ ਹਿੱਸਾ ਬਣਿਆ ਰਹੇ। ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿਹੜਾ ਸ਼ਬਦ ਹੁਣੇ ਹੀ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਪੰਨਾ ਨੰਬਰ ਹੈ, ਅੰਕ ਨੰਬਰ ਹੈ 901 ਅਤੇ 902 ਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। 901 ਉੱਤੋਂ ਆਰੰਭ ਹੁੰਦਾ ਹੈ, 902 ਉੱਤੇ ਸ਼ਬਦ ਸਮਾਪਤ ਹੁੰਦਾ ਹੈ। ਸ਼ਬਦ ਦਾ ਸਿਰਲੇਖ ਹੈ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਇਸ ਨੂੰ ਆਪਾਂ ਸੰਖੇਪ ਯਾਨੀ ਕਿ ਛੋਟੇ ਰੂਪ ਵਿੱਚ ਅੰਕਿਤ ਕੀਤਾ ਹੋਇਆ, ਦਰਜ ਕੀਤਾ ਹੋਇਆ, ਇਹ ਸੰਖੇਪ ਮੰਗਲਾਚਰਨ ਹੈ, ਜਿੱਥੇ ਸ਼ਬਦਾਂ ਦਾ ਸਿਰਲੇਖ ਬਦਲਦਾ ਹੈ, ਜਿੱਥੇ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਬਾਣੀ ਰਚੇਤਾ ਮਹਾਂਪੁਰਖਾਂ ਦੀ ਬਾਣੀ ਆਰੰਭ ਹੁੰਦੀ ਹੈ ਜਾਂ ਕੋਈ ਵਿਸ਼ੇਸ਼ ਬਾਣੀ ਆਉਂਦੀ ਹੈ, ਉੱਥੇ ਹੀ ਥਾਂ ਪੁਰ ਥਾਂ ਮੰਗਲਾਚਰਨ ਸਤਿਗੁਰੂ ਜੀ ਨੇ ਸੰਖੇਪ ਰੂਪ ਵਿੱਚ ਦਰਜ ਕੀਤਾ ਹੈ ਜਾਂ ਵੱਡੇ ਰੂਪ ਵਿੱਚ ਵੀ ਦਰਜ ਕੀਤਾ ਹੈ। ਮੰਗਲਾਚਰਨ ਕੁੱਲ 4 ਰੂਪਾਂ ਦੇ ਵਿੱਚ ਸਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਤੋ ਇਸ ਨੂੰ ਦਰਜ ਕਰਨ ਦਾ ਜੋ ਮੂਲ ਤੱਤ ਭਾਵ ਹੈ ਉਹ ਇਹ ਹੈ ਕਿ ਪਰਮੇਸ਼ਰ ਦੇ ਗੁਣਵਾਚਕ ਇਸ ਸਰੂਪ ਨੂੰ ਸਨਮੁਖ ਰੱਖ ਕੇ, ਧਿਆਨ ਵਿੱਚ ਰੱਖ ਕੇ ਸਮੁੱਚੀ ਬਾਣੀ ਦੇ ਅਰਥ ਭਾਵ ਨੂੰ ਵਿਚਾਰਨ ਦਾ ਯਤਨ ਕਰਨਾ ਹੈ। ਕਿਉਂਕਿ ਆਪਾਂ ਵੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਨੇਕ ਪ੍ਰਕਾਰ ਦੇ ਨਾਮ ਵਰਤੇ ਹਨ, ਸੰਕੇਤਕ ਪਦ ਵਰਤੇ ਹਨ। ਤੋ ਉਹਨਾਂ ਨਾਵਾਂ ਦਾ ਸੰਕੇਤ ਕਿਸ ਪਾਸੇ ਹੈ, ਕਿਸ ਨੂੰ ਕਿਹਾ ਗਿਆ ਹੈ, ਇਹ ਜਾਣਨ ਅਤੇ ਸਮਝਣ ਲਈ ਸਾਨੂੰ ਮੰਗਲਾਚਰਨ ਵੱਲ ਧਿਆਨ ਕੇਂਦਰਿਤ ਕਰਨਾ ਪਏਗਾ। ਇੱਕ ਸ਼ਬਦ ਇੱਕ ਹਿੰਦਸਾ ਹੈ, ਹਿੰਦਸਾ ਜੋ ਅਸੀਂ ਗਿਣਤੀ ਦੇ ਰੂਪ ਵਿੱਚ ਵਰਤਦੇ ਹਾਂ। ਗਿਣਤੀ ਦਾ ਇਹ ਹਿੰਦਸਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਓਅੰਕਾਰ ਸ਼ਬਦ ਤੋਂ ਪਹਿਲਾਂ ਆਉਂਦਾ ਹੈ ਇੱਕ, ਇਸ ਨੂੰ ਇੱਕ ਕਰਕੇ ਉਚਾਰਨ ਕੀਤਾ ਜਾਂਦਾ ਹੈ। ਔਰ ਇਹ ਇੱਕ ਦਾ ਸੰਕੇਤ ਭਾਵ ਤੱਤ ਇਹ ਹੈ ਕਿ ਉਹ ਸਮੁੱਚੀ ਪ੍ਰਕਿਰਤੀ ਨੂੰ ਸਿਰਜਣ ਵਾਲੀ ਅਤੇ ਕਿਰਿਆਸ਼ੀਲਤਾ ਰੱਖਣ ਵਾਲੀ ਅਤੇ ਨਾਸ਼ ਕਰਨ ਵਾਲੀ ਕੇਂਦਰੀ ਬੱਝਵੀਂ ਸੱਤਾ ਇੱਕ ਹੈ। ਅਤੇ ਸਮੁੱਚਾ ਪਸਾਰਾ ਜਿਹੜਾ ਹੈ, ਕਾਇਨਾਤ ਦਾ ਪਸਾਰਾ, ਇਹ ਸਾਰੇ ਦਾ ਸਾਰਾ ਇਸ ਦਾ ਆਧਾਰ ਉਹ ਇੱਕ ਹੈ। ਓਅੰਕਾਰ ਸ਼ਬਦ ਉਸ ਦੀ ਵਿਆਪਕਤਾ ਦਾ, ਕਿ ਉਹ ਇੱਕ ਵਿਆਪਕ ਹੈ, ਵਸਿਆ ਹੋਇਆ ਹੈ, ਇੱਕ ਹੀ ਅਨੇਕਤਾ ਦੇ ਰੂਪ ਵਿੱਚ ਵਿਦਮਾਨ ਹੈ। ਏਕ ਹੀ ਏਕ ਅਨੇਕ ਹੋਏ ਬਿਸਥਰਿਓ, ਆਨ ਰੇ ਆਨ ਭਰਪੂਰ ਸੋਊ। ਤੋ ਸਤਿਗੁਰੂ ਪਾਤਸ਼ਾਹ ਜੀ ਅਗਲਾ ਸ਼ਬਦ ਵਰਤਦੇ ਨੇ ਸਤ ਗੁਰ ਪ੍ਰਸਾਦ। ਸਤ ਸ਼ਬਦ ਜਿਹੜਾ ਉਹ ਸਤਿ ਭਾਵ ਸਦੀਵ ਹੈ, ਜੋ ਪਹਿਲਾਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਵਕਤ ਵਿੱਚ ਵੀ ਰਹੇਗਾ। ਜਿਸ ਚੀਜ਼ ਉੱਤੇ ਪ੍ਰਾਕਿਰਤਕ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ, ਜਿਵੇਂ ਪਦਾਰਥ ਦਾ ਉਪਜਣਾ, ਪਦਾਰਥ ਦਾ ਚੱਲਣਾ, ਉਸ ਉੱਤੇ ਸਮੇਂ ਦਾ ਪ੍ਰਭਾਵ ਪੈਣਾ ਅਤੇ ਉਸ ਦਾ ਨਾਸ਼ ਹੋਣਾ ਅਤੇ ਉਸ ਦੇ ਵਿੱਚ ਤਬਦੀਲੀ ਹੁੰਦੀ ਰਹਿਣੀ, ਇਹ ਸਾਰੀਆਂ ਚੀਜ਼ਾਂ ਤੋਂ ਜੋ ਪਰੇ ਹੈ ਉਸ ਨੂੰ ਸਤ ਕਿਹਾ ਗਿਆ ਹੈ, ਜੋ ਤਬਦੀਲੀਆਂ ਤੋਂ ਮੁਕਤ ਹੈ, ਹਰ ਕਿਸੇ ਮਾਇਕ ਜਾਂ ਪ੍ਰਕਿਰਤੀ ਦੇ ਪ੍ਰਭਾਵ ਤੋਂ ਰਹਿਤ ਹੈ।
ਗੁਰ ਸ਼ਬਦ ਜਿਹੜਾ ਹੈ ਉਹ ਲਖਾਇਕ ਹੈ ਪਰਮੇਸ਼ਰ ਦੇ ਅਨੁਭਵ ਦਾ, ਗੁਰੂ ਦੇ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ, ਸੱਚੇ ਗੁਰੂ ਦੀ ਮਿਹਰ ਦੇ ਨਾਲ ਉਸ ਪਰਮੇਸ਼ਰ ਦਾ ਅਨੁਭਵ ਤੇ ਬੋਧ ਜੀਵ ਨੂੰ ਹਾਸਲ ਹੁੰਦਾ ਹੈ। ਇਸ ਤੋਂ ਅੱਗੇ ਸ਼ਬਦ ਦਾ ਸਿਰਲੇਖ ਹੈ ਰਾਗ ਰਾਮ ਕਲੀ ਮਹੱਲਾ 9ਵਾਂ ਤੇ ਪਦੇ। ਇਹ ਜੋ ਸ਼ਬਦਾਂ ਦਾ ਆਰੰਭ ਹੈ ਇਹ ਰਾਮਕਲੀ ਰਾਗ ਦੇ ਵਿੱਚ ਹੈ। ਮਹੱਲਾ 9ਵਾਂ ਤੋਂ ਭਾਵ ਹੈ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਨੇ, ਔਰ ਕੁੱਲ 3 ਸ਼ਬਦ ਰਾਗ ਰਾਮਕਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਜ ਨੇ। ਤੇ ਪਦੇ ਦਾ ਭਾਵ ਹੈ 3 ਪਦਿਆਂ ਵਾਲੇ ਹਨ ਤਿੰਨੇ ਹੀ ਸ਼ਬਦ। ਜਿਵੇਂ ਆਪਾਂ ਪਹਿਲੋਂ ਵਿਚਾਰਿਆ ਤਿਲੰਗ ਰਾਗ ਵਿੱਚ ਸਤਿਗੁਰੂ ਜੀ ਦੇ ਜਿਹੜੇ ਸ਼ਬਦ ਸਨ ਉਹ 2 ਪਦੇ ਭਾਵ 2 ਪਦਿਆਂ ਵਾਲੇ। ਇਵੇਂ ਗੁਰੂ ਗ੍ਰੰਥ ਸਾਹਿਬ 'ਚ ਕੁਝ ਸ਼ਬਦਾਂ ਦੇ ਸਿਰਲੇਖ ਉੱਤੇ ਚੌਪਦੇ ਆਉਂਦਾ ਹੈ 4 ਪਦਿਆਂ ਵਾਲੇ, ਪੰਜ ਪਦੇ ਆਉਂਦਾ ਹੈ 5 ਪਦਿਆਂ ਵਾਲੇ, ਅਸ਼ਟਪਦੀ ਆਉਂਦਾ ਹੈ 8 ਪਦਿਆਂ ਵਾਲਾ ਜੋ ਸ਼ਬਦ ਹੈ। ਇਸੇ ਤਰ੍ਹਾਂ ਇਸ ਸ਼ਬਦ ਦੇ ਉੱਪਰ ਸਿਰਲੇਖ ਹੈ ਤਿਪਦੇ 3 ਪਦਿਆਂ ਵਾਲਾ ਸ਼ਬਦ। ਇਸ ਤੋਂ ਅੱਗੇ ਸ਼ਬਦ ਦੀ ਆਰੰਭਤਾ ਹੈ ਰਹਾਉ ਦਾ ਬੰਦ ਹੈ। ਸਤਿਗੁਰੂ ਜੀ ਮਨ ਨੂੰ ਸੰਬੋਧਨ ਹੋ ਕੇ ਆਖਦੇ ਹਨ ਰੇ ਮਨ ਓਟ ਲੇਹ ਹਰ ਨਾਮਾ। ਓਟ ਦਾ ਭਾਵ ਹੈ ਆਸਰਾ, ਆਧਾਰ। ਖਿਆਲ ਵਿੱਚ ਰੱਖੀਏ ਕਿਸੇ ਚੀਜ਼ ਦਾ ਆਸਰਾ ਕਿਸੇ ਦੂਜੀ ਚੀਜ਼ ਨੂੰ ਤਾਂ ਲੈਣਾ ਪੈਂਦਾ ਹੈ ਜਦੋਂ ਉਹ ਖੁਦ ਕਿਸੇ ਪੱਖੋਂ ਸਮਰੱਥ ਨਾ ਹੋਵੇ। ਜੋ ਖੁਦ ਸਮਰੱਥ ਹੈ ਉਸ ਨੂੰ ਕਿਸੇ ਦੇ ਆਸਰੇ ਦੀ ਜ਼ਰੂਰਤ ਨਹੀਂ, ਆਧਾਰ ਦੀ ਜ਼ਰੂਰਤ ਨਹੀਂ। ਜਿੱਥੇ ਕਿਸੇ ਚੀਜ਼ ਦੀ ਕਮਜ਼ੋਰੀ ਭਾਸਦੀ ਹੈ, ਜਿੱਥੇ ਕਿਸੇ ਚੀਜ਼ ਦੀ ਕਮਜ਼ੋਰੀ ਦਾ ਅਹਿਸਾਸ ਹੁੰਦਾ ਹੈ, ਜਿੱਥੇ ਕਿਤੇ ਜਾ ਕੇ ਅਨੁਭਵ ਹੁੰਦਾ ਹੈ ਵੀ ਮੈਂ ਇੰਨਾ ਤਾਕਤਵਰ ਨਹੀਂ ਹਾਂ, ਮੈਨੂੰ ਸਹਾਰੇ ਦੀ ਲੋੜ ਹੈ, ਅਤੇ ਸਹਾਰਾ ਹਮੇਸ਼ਾ ਕਿਸੇ ਹੋਰ ਚੀਜ਼ ਦਾ ਤੱਕਿਆ ਜਾਂਦਾ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਨੂੰ ਪੜ੍ਹੀਏ ਅਤੇ ਸਤਿਗੁਰੂ ਨੇ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਹੈ। ਹਾਲਾਂਕਿ ਮਨੁੱਖ ਕੋਲ ਬੜੀਆਂ ਬੇਸ਼ਕੀਮਤੀ ਪਰਮੇਸ਼ਰ ਦੀਆਂ ਦਾਤਾਂ ਨੇ। ਇਸ ਕੋਲ ਸਰੀਰਕ ਅਤੇ ਬੌਧਿਕ ਬਲ ਹੈ, ਤਾਕਤ ਹੈ, ਖਿਆਲਾਂ ਦੀ ਸ਼ਕਤੀ ਹੈ। ਖਿਆਲ ਸ਼ਕਤੀ ਦੇ ਨਾਲ ਇਸ ਨੇ ਵਿਚਾਰ ਸ਼ਕਤੀ ਦੇ ਨਾਲ ਇਸ ਸੰਸਾਰ ਵਿੱਚ ਕਿੰਨੇ ਹੀ ਪਦਾਰਥਾਂ ਦੇ ਜੋੜ ਤੋੜ ਤੋਂ ਆਪਣੀਆਂ ਸਹੂਲਤਾਂ ਈਜਾਦ ਕਰ ਲਈਆਂ ਹਨ। ਪਰ ਮਨੁੱਖ ਨੂੰ ਇਸ ਦੇ ਬਾਵਜੂਦ ਵੀ ਇਹ ਭੁੱਲਣਾ ਨਹੀਂ ਚਾਹੀਦਾ ਵੀ ਕੁਦਰਤ ਦੀ ਤਾਕਤ ਦੇ ਅੱਗੇ ਇਸ ਦੀ ਖਿਆਲ ਸ਼ਕਤੀ ਦੀ ਪਾਇਆ ਬਹੁਤ ਛੋਟੀ ਹੈ, ਬਹੁਤ ਥੋੜ੍ਹੀ ਹੈ। ਕਈ ਵਾਰ ਅਸੀਂ ਗੁਰੂਰ ਜਾਂ ਹੰਕਾਰ ਵਿੱਚ ਇਹ ਮੰਨ ਲੈਂਦੇ ਹਾਂ ਜਾਂ ਇਹ ਭੁਲੇਖਾ ਪਾੜ ਲੈਂਦੇ ਹਾਂ, ਕਿਉਂਕਿ ਕਈ ਵਾਰ ਇਹ ਭੁਲੇਖਾ ਸਾਡਾ ਨਿੱਜੀ ਵੀ ਹੁੰਦਾ ਹੈ ਅਤੇ ਕਈ ਵਾਰ ਇਹ ਸਮੂਹਕ ਵੀ ਹੁੰਦਾ ਹੈ। ਇਹ ਭੁਲੇਖਾ ਵੱਡੇ ਦਾਇਰੇ 'ਚ ਪੈ ਜਾਏ ਤਾਂ ਇਹਨੂੰ ਸਮੂਹਕ ਭੁਲੇਖਾ ਵੀ ਕਿਹਾ ਜਾਂਦਾ ਹੈ ਵੀ ਮਨੁੱਖ ਬੜੀ ਵੱਡੀ ਤਾਕਤ ਹੈ ਇਸ ਸੰਸਾਰ ਦੇ ਅੰਦਰ। ਪਰ ਖਿਆਲ ਵਿੱਚ ਰੱਖਣਾ ਮਨੁੱਖ ਦੀਆਂ ਬਣਾਈਆਂ ਕਿੰਨੀਆਂ ਸੱਭਿਅਤਾ ਅੱਜ ਤੱਕ ਸੰਸਾਰ 'ਚੋਂ ਮਿਟੀਆਂ ਨੇ, ਕਿੰਨੀਆਂ ਮਿਟ ਜਾਣਗੀਆਂ ਔਰ ਕਿੰਨੀਆਂ ਹੀ ਮਿਟਦੀਆਂ ਰਹਿਣਗੀਆਂ। ਕੁਦਰਤ ਦੀ ਤਾਕਤ ਅੱਗੇ ਮਨੁੱਖ ਦੀ ਪਾਇਆ ਬਹੁਤ ਨਿਗੁਣੀ ਹੈ, ਛੋਟੀ ਹੈ। ਕਾਰਨ ਅਸੀਂ ਇਹ ਵਾਕ ਜ਼ਰੂਰ ਗੁਰਬਾਣੀ ਦਾ ਚੇਤੇ ਵਿੱਚ ਰੱਖੀਏ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਵੀ ਅਸੀਂ ਕੁਦਰਤ ਵਿੱਚੋਂ ਉਪਜੇ ਹੋਏ ਇਨਸਾਨ ਹਾਂ, ਕੋਈ ਕੁਦਰਤ ਤੋਂ ਬਾਹਰ ਦੀ ਸ਼ਕਤੀ ਨਹੀਂ ਹਾਂ। ਅਸੀਂ ਇਸ ਪ੍ਰਕਿਰਤੀ ਤੋਂ ਕੋਈ ਬਾਹਰ ਦੇ ਜੀਵ ਨਹੀਂ ਹਾਂ, ਇਸ ਪ੍ਰਕਿਰਤੀ ਦਾ ਹੀ ਅਭਿੰਨ ਭਾਗ ਹਾਂ। ਇਸ ਵਿੱਚੋਂ ਉਪਜੇ ਹਾਂ, ਇਸ ਆਧਾਰ ਉੱਤੇ ਜੀ ਰਹੇ ਹਾਂ ਔਰ ਇਸ ਆਧਾਰ ਉੱਤੇ ਹੀ ਖਤਮ ਹੋ ਰਹੇ ਹਾਂ। ਤੋ ਅਸੀਂ ਤਾਂ ਇੱਕ ਜਿਵੇਂ ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮੁਬਾਰਕ ਬਾਣੀ ਦੇ ਵਿੱਚ ਜਿਵੇਂ ਫਰਮਾਉਂਦੇ ਨਾ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਕਹਿੰਦੇ ਨੇ ਪਾਣੀ ਤੋਂ ਤੁਸੀਂ ਬੁਲਬੁਲਾ ਜਾਂ ਬੁੱਧ-ਬੁੱਧਾ ਉਪਜਦਾ ਹੋਇਆ ਵੇਖਦੇ ਹੋ, ਉਹ ਪਾਣੀ ਅਤੇ ਹਵਾ ਦੇ ਸੁਮੇਲ ਤੋਂ ਬਣਦਾ ਹੈ। ਅਤੇ ਜਦੋਂ ਉਹ ਬਿਨਸ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਉਹਦਾ ਵਜੂਦ ਮਿਟਦਾ ਹੈ, ਤਾਂ ਉਹ ਕਿੱਥੇ ਜਾਂਦਾ ਹੈ? ਉਹ ਜਿਸ ਵਿੱਚ ਉਪਜਿਆ ਹੈ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹਤੇ ਉਪਜਿਓ ਨਾਨਕਾ ਲੀਨ ਤਾਹਿ ਮੈਂ ਮਾਨ। ਤੋ ਜਿੱਥੋਂ ਉਪਜਿਆ ਹੈ, ਇਹ ਤੱਤ ਉਪਜੇ ਨੇ, ਇਹ ਸਾਡਾ ਫਿਜ਼ੀਕਲੀ ਸਟਰਕਚਰ ਉਪਜਿਆ ਹੈ, ਪੈਦਾ ਹੋਇਆ ਹੈ, ਇਸ ਨੇ ਸਮਾਂ ਪਾ ਕੇ ਉਹਦੇ ਵਿੱਚ ਹੀ ਵਿਲੀਨ ਹੋ ਜਾਣਾ।
ਤੋ ਸਾਡੀ ਪਾਇਆ ਕੋਈ ਵੱਖਰੀ ਤਾਂ ਨਹੀਂ। ਅਸੀਂ ਉਹਨਾਂ ਦਾਤਾਂ ਨੂੰ ਹੀ ਵਰਤ ਰਹੇ ਹਾਂ ਜੋ ਸਾਨੂੰ ਕੁਦਰਤ ਰਾਹੀਂ ਕਾਦਰ ਨੇ ਬਖਸ਼ੀਆਂ ਨੇ, ਜੋ ਪ੍ਰਵਾਨੀਆਂ ਨੇ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਨੂੰ ਆਖਦੇ ਨੇ ਵੀ ਅਸੀਂ ਸਮਰੱਥ ਹਾਂ, ਪਰ ਹਰ ਪੱਖ ਤੋਂ ਸਮਰੱਥ ਨਹੀਂ ਹਾਂ। ਸਾਡੀ ਸਮਰੱਥਾ ਦਾ ਵੀ ਇੱਕ ਦਾਇਰਾ ਨਿਸ਼ਚਿਤ ਹੈ। ਸਾਡੀ ਸਮਰੱਥਾ ਵੀ ਇੱਕ ਦਾਇਰੇ, ਇੱਕ ਹੱਦ ਤੱਕ ਹੈ। ਅਸੀਂ ਕੋਈ ਅਨਹੱਦ ਜੀਵ ਨਹੀਂ ਹਾਂ। ਅਸੀਂ ਕੋਈ ਅਨਹੱਤ ਜੀਵ ਵੀ ਨਹੀਂ। ਦੋ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਅਨਹੱਦ ਜਿਸ ਦੀ ਸੀਮਾ ਨਹੀਂ, ਅਨਲਿਮਟਿਡ ਜਿਸ ਨੂੰ ਆਪਾਂ ਕਹਿ ਸਕਦੇ ਹਾਂ, ਅਤੇ ਅਨਹੱਤ, ਹੱਤ ਦਾ ਮਤਲਬ ਹੈ ਜਿਸ ਦੀ ਹੱਤਿਆ ਨਾ ਹੋਵੇ, ਨਾਸ਼ ਨਾ ਹੋਵੇ, ਜਿਸ ਦਾ ਕੋਈ ਐਂਡ ਨਹੀਂ। ਅਸੀਂ ਕੋਈ ਐਂਡਲੈਸ ਵੀ ਨਹੀਂ ਹਾਂ ਅਤੇ ਅਨਲਿਮਟਿਡ ਵੀ ਨਹੀਂ ਹਾਂ। ਸਾਡੀ ਇੱਕ ਲਿਮਿਟ ਵੀ ਹੈ ਅਤੇ ਸਾਡਾ ਇੱਕ ਐਂਡ ਵੀ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਐਂਡ ਅਤੇ ਇਹ ਜਿਹੜੀ ਲਿਮਟ ਹੈ, ਇਹ ਜਿਹੜਾ ਅੰਤ ਹੈ ਅਤੇ ਇਹ ਜਿਹੜੀ ਹੱਦ ਹੈ, ਇਹ ਕਿਸ ਚੀਜ਼ ਦੀ ਹੈ? ਰੂਪ, ਰੰਗ, ਆਕਾਰ ਦੀ। ਇਹ ਹੈ ਪਦਾਰਥ ਦੀ। ਪਰ ਜਿਹੜੀ ਉਪਜਾਊ ਸੱਤਾ ਹੈ, ਕੇਂਦਰੀ ਸ਼ਕਤੀ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਮੂਲ, ਜਿਸ ਨੂੰ ਜੋਤ ਕਿਹਾ, ਜਿਸ ਨੂੰ ਸਪਿਰਿਟ ਕਿਹਾ, ਜਿਸ ਨੂੰ ਆਤਮਾ ਕਿਹਾ, ਜਿਸ ਨੂੰ ਚੇਤਨਾ ਕਿਹਾ, ਉਸੇ ਨੂੰ ਸਤਿਗੁਰੂ ਨੇ ਸੱਤ ਕਿਹਾ। ਆਪਾਂ ਪਹਿਲੋਂ ਹੁਣੇ ਵਿਚਾਰਿਆ ਸੱਤ, ਸਦੀਵ ਕਾਲ ਰਹਿਣ ਵਾਲੀ ਸੱਤਾ, ਪਰਮੇਸ਼ਰੀ ਸੱਤਾ ਜੋ ਕਿਰਿਆਸ਼ੀਲ ਰਹਿੰਦੀ ਹੈ। ਉਸੇ ਨੂੰ ਗੁਰਬਾਣੀ 'ਚ ਕੇਵਲ ਅਨਹੱਦ ਕਿਹਾ ਅਤੇ ਅਨਹੱਤ ਕਿਹਾ। ਹੋਰ ਕਿਸੇ ਚੀਜ਼ ਨੂੰ, ਪ੍ਰਕਿਰਤੀ ਦੇ ਕਿਸੇ ਪਦਾਰਥ ਨੂੰ, ਕਿਸੇ ਜੀਵ ਨੂੰ, ਕਿਸੇ ਸਟਰਕਚਰ ਨੂੰ, ਕਿਸੇ ਢਾਂਚੇ ਨੂੰ, ਕਿਸੇ ਬਣਾਵਟ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾ ਅਨਹੱਦ ਸ਼ਬਦ ਨਾਲ ਬਿਆਨ ਕੀਤਾ, ਨਾ ਅਨਹੱਤ ਸ਼ਬਦ ਨਾਲ ਬਿਆਨ ਕੀਤਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਮਨੁੱਖ ਦੀ ਗੱਲ ਕਰਦੇ ਨੇ ਤਾਂ ਇਹਨੂੰ ਸਮਝਾਉਂਦੇ ਵੀ ਨਹੀਂ। ਜਿੱਥੇ ਇਸ ਨੂੰ ਮਿਲੀਆਂ ਹੋਈਆਂ ਦਾਤਾਂ ਦਾ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਵੀ ਤੈਨੂੰ ਪਰਮੇਸ਼ਰ ਨੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਮਿਥੀ ਹੈ, ਉੱਥੇ ਇਸ ਨੂੰ ਯਾਦ ਵੀ ਕਰਾਉਂਦੇ ਨੇ ਵੀ ਤੇਰੀ ਇਸ ਸਿਕਦਾਰੀ ਦੀ ਕੋਈ ਹੱਦ ਵੀ ਹੈ। ਜਿਵੇਂ ਅਸੀਂ ਵੇਖਦੇ ਨਾ ਵੀ ਕਿਸੇ ਵੀ ਮੁਲਕ ਦਾ ਕੋਈ ਰਾਜਾ ਹੈ, ਸਟੇਟ ਦੀ ਇੱਕ ਆਪਣੀ ਪਾਵਰ ਹੈ, ਅਤੇ ਸਟੇਟ ਦੀ ਪਾਵਰ ਦੇ ਨਾਲ ਹੀ ਉਹਦੇ ਬਣਾਏ ਹੋਏ ਸਟਰਕਚਰ ਮੁਤਾਬਕ ਹੀ, ਉਹਦੇ ਵਿਚਲੀ ਚੋਣ ਦੇ ਪ੍ਰਣਾਲੀ ਦੇ ਮੁਤਾਬਕ ਹੀ ਕਿਸੇ ਮਨੁੱਖ ਨੂੰ ਸਟੇਟ ਚਲਾਉਣ ਦੀ ਤਾਕਤ ਦਿੱਤੀ ਜਾਂਦੀ ਹੈ। ਪਰ ਉਹਦੀਆਂ ਤਾਕਤਾਂ ਵੀ ਕਿਸੇ ਨਿਯਮ ਵਿੱਚ ਬੱਝੀਆਂ ਹੁੰਦੀਆਂ ਨੇ। ਹੁਣ ਕਿਸੇ ਮੁਲਕ ਦਾ ਕੋਈ ਪ੍ਰੈਜ਼ੀਡੈਂਟ ਹੈ, ਰਾਸ਼ਟਰਪਤੀ ਹੈ ਜਾਂ PM ਹੈ, ਪ੍ਰਧਾਨ ਮੰਤਰੀ, ਕੋਈ ਵੀ ਹੈ, ਉਹਨੇ ਜਿਹੜੀ ਪਾਵਰ ਲਈ ਉਹ ਸਟੇਟ ਦੇ ਕਾਨੂੰਨ ਤੋਂ ਲਈ ਹੈ। ਉਸ ਦਾਇਰੇ ਤੋਂ ਬਾਹਰ ਨਹੀਂ ਜਾ ਸਕਦਾ। ਉਹ ਸਿਕਦਾਰ ਤਾਂ ਹੈ, ਉਹ ਹਕੂਮਤ 'ਤੇ ਚਲਾ ਰਿਹਾ, ਪਰ ਉਹ ਜਿਸ ਵੇਲੇ ਆਪਣੀ ਪਾਵਰ ਨੂੰ ਕਾਨੂੰਨ ਦੀਆਂ ਹੱਦਾਂ ਤੋਂ ਬਾਹਰ ਵਰਤਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਮੁਲਕ ਦੇ ਵਿੱਚ ਮੁਲਕ ਦਾ ਬਾਸ਼ਿੰਦਾ ਹੋਣ ਦੇ ਨਾਤੇ ਜਾਂ ਹਾਕਮ ਹੋਣ ਦੇ ਨਾਤੇ, ਹਕੂਮਤ ਦਾ ਵੱਡਾ ਥੰਮ ਹੋਣ ਦੇ ਨਾਤੇ ਵੀ ਬਖਸ਼ਿਆ ਨਹੀਂ ਜਾਏਗਾ। ਉਸ ਨੂੰ ਚੰਗੀ ਦ੍ਰਿਸ਼ਟੀ ਨਾਲ ਨਹੀਂ ਵੇਖਿਆ ਜਾਏਗਾ। ਤਾਂ ਕਈ ਵਾਰ ਉਸ ਨੂੰ ਆਪਣੀ ਪਦ ਪਦਵੀ ਛੱਡਣੀ ਵੀ ਪੈ ਜਾਂਦੀ ਹੈ, ਕਿਉਂਕਿ ਉਸ ਨੇ ਗੈਰ ਕਾਨੂੰਨੀ ਕੀਤੀ ਹੈ। ਉਹ ਆਪਣੇ ਦਾਇਰੇ ਤੋਂ, ਆਪਣੀ ਸੀਮਾ ਤੋਂ, ਉਹਨੂੰ ਚੇਤਾ ਕਰਾਇਆ ਜਾਂਦਾ ਵੀ ਤੇਰੀ ਵੀ ਇੱਕ ਸੀਮਾ, ਇੱਕ ਸਮਰੱਥਾ ਹੈ। ਫਿਰ ਉਹਨੂੰ ਹਮੇਸ਼ਾ ਖਤਰਾ ਹੁੰਦਾ ਹੈ ਆਪਣੀ ਆਪੋਜੀਸ਼ਨ ਤੋਂ ਕਿ ਉਹ ਅਗਲੀ ਟਰਮ ਦੇ ਵਿੱਚ ਹੋ ਸਕਦਾ ਹੈ ਮੈਨੂੰ ਮੌਕਾ ਨਾ ਮਿਲੇ ਅਤੇ ਦੂਜੇ ਨੂੰ ਮਿਲ ਜਾਏ। ਤਾਂ ਕਈਆਂ ਸਟੇਟਾਂ ਨੇ ਤਾਂ ਟਰਮ ਦੀ ਵੀ ਸੀਮਾ ਰੱਖੀ ਹੈ ਵੀ ਕੋਈ ਇੱਕ ਟਰਮ ਵਿੱਚ ਵੱਧ ਤੋਂ ਵੱਧ 2 ਵਾਰ ਪ੍ਰੈਜ਼ੀਡੈਂਟ ਬਣ ਸਕਦਾ ਹੈ। ਕਿਸੇ ਜਗ੍ਹਾ 'ਤੇ 3 ਵਾਰ ਇਲੈਕਸ਼ਨ ਲੜੀ ਜਾ ਸਕਦੀ ਹੈ। ਇਸ ਤੋਂ ਬਾਅਦ ਉਸ ਨੂੰ ਇਲੈਕਸ਼ਨ ਲੜਨ ਦਾ ਹੀ ਅਧਿਕਾਰ ਨਹੀਂ ਹੁੰਦਾ, ਚੋਣਾਂ ਵਿੱਚ ਖਲੋਣ ਦਾ ਹੀ ਹੱਕ ਨਹੀਂ ਹੁੰਦਾ। ਸੋ ਇਹ ਸਾਰਾ ਕੁਝ ਕੀ ਹੈ? ਇਹ ਤਾਂ ਇੱਕ ਫੋਰ ਐਗਜ਼ਾਮਪਲ, ਇੱਕ ਉਦਾਹਰਣ ਅਸੀਂ ਸਾਂਝੀ ਕੀਤੀ ਹੈ ਵੀ ਸਿਕਦਾਰ ਦੀ ਵੀ ਇੱਕ ਪਾਇਆ ਹੁੰਦੀ ਹੈ। ਉਸ ਕੋਲ ਵੀ ਅਨਲਿਮਟਿਡ ਪਾਵਰ ਨਹੀਂ ਹੁੰਦੀ, ਉਸ ਕੋਲ ਵੀ ਬੇਹੱਦ ਸ਼ਕਤੀਆਂ ਨਹੀਂ ਹੁੰਦੀਆਂ। ਉਹਦੀਆਂ ਸ਼ਕਤੀਆਂ ਦੀ, ਉਹਦੇ ਅਧਿਕਾਰਾਂ ਦੀ ਵੀ ਇੱਕ ਸੀਮਾ, ਇੱਕ ਹੱਦ ਮਿੱਥ ਦਿੱਤੀ ਗਈ। ਜਦੋਂ ਗੁਰੂ ਸਾਹਿਬ ਸਾਨੂੰ ਆਖਦੇ ਨੇ ਵੀ ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੇ ਮਨੁੱਖ ਇਹ ਕਿਉਂ ਭੁੱਲ ਜਾਂਦਾ ਹੈ? ਇਸ ਦਾ ਭਾਵ ਇਹ ਤਾਂ ਨਹੀਂ ਕਿ ਅਸੀਂ ਇਸ ਧਰਤੀ ਦੇ ਉੱਤੇ ਹਾਂ ਅਤੇ ਅਸੀਂ ਮਾਲਕ ਅਤੇ ਖੁਦਾ ਹੋ ਗਏ ਹਾਂ। ਸਤਿਗੁਰੂ ਕਹਿੰਦੇ ਨੇ ਤੇਰੀ ਵੀ ਇੱਕ ਹੱਦ ਹੈ, ਇੱਕ ਸੀਮਾ ਹੈ। ਉਹ ਭਾਵੇਂ ਤੇਰੇ ਕੋਲ ਬੜੀਆਂ ਬਖਸ਼ਿਸ਼ਾਂ ਅਤੇ ਨਿਯਮਤਾਂ ਨੇ, ਪਰ ਉਹ ਅਧਿਕਾਰ ਜਿਹੜੇ ਨੇ ਉਹਨਾਂ ਦੀ ਵੀ ਇੱਕ ਹੱਦ ਹੈ।
ਅਸੀਂ ਘਰ ਪਰਿਵਾਰ ਵਿੱਚ ਵੇਖਦੇ ਹਾਂ, ਭਾਵੇਂ ਕੋਈ ਬਹੁਤ ਕਮਾਊ ਹੁੰਦਾ ਹੈ, ਸਾਰਾ ਪਰਿਵਾਰ ਉਸ 'ਤੇ ਡਿਪੈਂਡ ਹੁੰਦਾ ਹੈ, ਉਹ ਦੌਲਤ ਕਮਾਉਂਦਾ ਹੈ, ਮਿਹਨਤ ਕਰਦਾ ਹੈ, ਮਸ਼ੱਕਤ ਕਰਦਾ ਹੈ, ਸਾਰਾ ਘਰ ਉਸਾਰਦਾ ਹੈ, ਪਰਿਵਾਰ ਦੀ ਪਾਲਣਾ ਕਰਦਾ ਹੈ, ਪਰ ਉਹ ਵੀ ਕਿਸੇ ਹੱਦ ਵਿੱਚ ਰਹਿੰਦਾ ਹੈ ਅਤੇ ਉਹਦੇ ਪਰਿਵਾਰਕ ਰਿਲੇਸ਼ਨ ਨਿਭਦੇ ਨੇ। ਜੇ ਉਹ ਵੀ ਆਪਣੇ ਆਪ ਨੂੰ ਇਹ ਮਿਥ ਲਵੇ ਵੀ ਇਹ ਸਾਰੇ ਮੇਰੇ ਬੰਧੂ ਆ, ਮਜ਼ਦੂਰ ਨੇ ਪਰਿਵਾਰ ਦੇ, ਕਿਉਂਕਿ ਮੈਂ ਇਹਨਾਂ ਨੂੰ ਕਮਾ ਕੇ ਖਵਾਉਣਾ, ਮੈਂ ਘਰ ਬਣਾਇਆ, ਤਾਂ ਉੱਥੇ ਵੀ ਰਿਲੇਸ਼ਨ ਟੁੱਟਣੇ ਸ਼ੁਰੂ ਹੋ ਜਾਣਗੇ। ਕਾਰਨ ਹੈ ਵੀ ਉਹ ਰਿਸ਼ਤੇ ਦੀ ਹੱਦਬੰਦੀ ਨੂੰ ਉਲੰਘ ਰਿਹਾ, ਆਪਣੀ ਪਾਇਆਂ ਦੀ ਗਲਤ ਵਰਤੋਂ ਕਰ ਰਿਹਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਕਦਾਰੀ ਸ਼ਬਦ ਕਹਿ ਕੇ ਇਹ ਨਹੀਂ ਕਿਹਾ ਵੀ ਮਨੁੱਖ ਸਰਬ ਕਲਾ ਸਮਰੱਥ ਹੋ ਗਿਆ। ਇਸ ਬਿਰਤੀ ਨੂੰ ਤਾਂ ਸਤਿਗੁਰੂ ਨੇ ਬਾਣੀ 'ਚ ਹਰਨਾਕਸ਼ ਲਫ਼ਜ਼ ਵਰਤ ਕੇ ਨਾ, ਹਰਨਾਕਸ਼ ਦੀ ਉਦਾਹਰਣ ਦੇ ਕੇ ਤੇ ਮਨੁੱਖ ਨੂੰ ਸਮਝਾਇਆ ਵੀ ਹਰਨਾਕਸ਼ ਦੁਸ਼ਟ ਹਰ ਮਾਰਿਆ। ਇਹਦਾ ਤੱਤ ਭਾਵ ਕੀ ਹੈ ਇਸ ਉਦਾਹਰਣ ਦਾ? ਹਾਲਾਂਕਿ ਮਿਥਕ ਪੁਰਾਣਕ ਉਦਾਹਰਣ ਹੈ, ਪਰ ਇਸ ਦਾ ਤੱਤ ਭਾਵ ਸਤਿਗੁਰੂ ਕੀ ਸਮਝਾਉਂਦੇ ਨੇ? ਹਰਨਾਕਸ਼ ਜਿਸ ਕੋਲ ਉਸ ਕਥਾ ਮੁਤਾਬਕ ਬਹੁਤ ਪਾਵਰਾਂ ਨੇ, ਤਾਕਤਾਂ ਨੇ, ਪਰ ਉਹ ਆਪਣੇ ਤਾਕਤ ਦੇ ਨਸ਼ੇ ਵਿੱਚ ਇਹ ਭੁੱਲ ਜਾਂਦਾ ਹੈ ਵੀ ਜਿੱਥੋਂ ਮੈਨੂੰ ਇੰਨੀਆਂ ਤਾਕਤਾਂ ਜਨਮ ਲੈ ਕੇ ਮਿਲ ਗਈਆਂ ਨੇ, ਮੈਂ ਇਹ ਕਿਵੇਂ ਸੋਚ ਲਿਆ ਵੀ ਇਸ ਕੁਦਰਤ ਵਿੱਚ ਮੈਂ ਹੀ ਸਭ ਕੁਝ, ਮੈਂ ਹੀ ਭਗਵਾਨ ਹਾਂ, ਮੈਂ ਹੀ ਹਰੀ ਹਾਂ, ਮੈਂ ਹੀ ਕਰਤਾ ਹਾਂ, ਮੈਂ ਹੀ ਕ੍ਰੀਏਟਰ ਹਾਂ, ਮੈਂ ਹੀ ਸਿਰਜਣਹਾਰਾ ਅਤੇ ਘਾਲ। ਮੈਂ ਜਾਨੀ ਕਿ ਮੈਂ ਉਹ ਰੁਤਬਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਮੇਰੀ ਹੱਦ ਤੋਂ ਪਰੇ ਹੈ। ਉਹਨੇ ਕਿਹਾ ਮੈਂ ਭਗਵਾਨ ਹਾਂ, ਮੈਂ ਰੱਬ ਹਾਂ। ਅਤੇ ਹੁੰਦਾ ਕੀ ਹੈ, ਉਸ ਆਪਣੇ ਆਪ ਨੂੰ ਰੱਬ ਸਮਝਣ ਵਾਲੇ ਨੂੰ ਜੋ ਹਰੀ ਹੈ ਉਹਦੇ ਹੱਥੋਂ ਖਤਮ ਹੋਣਾ ਪੈਂਦਾ। ਇਹਦਾ ਮਤਲਬ ਵੀ ਅਸੀਂ ਆਪਣੇ ਆਪ ਨੂੰ ਰੱਬ ਕਹੀਏ, ਭਗਵਾਨ ਕਹੀਏ, ਅਸੀਮ ਤਾਕਤਾਂ ਦੇ ਮਾਲ, ਆਪਣੀ ਹਉਮੈ ਦੇ ਬੇਸ 'ਤੇ, ਆਪਣੇ ਗਰੂਰ ਦੇ ਬੇਸ ਦੇ ਉੱਤੇ, ਹਉਮੈ ਦੇ ਆਧਾਰ 'ਤੇ ਜੋ ਮਰਜ਼ੀ ਬਣ ਕੇ ਬੈਠ ਜਾਈਏ, ਪਰ ਓੜਕ ਨੂੰ ਸਾਡੀ ਤਾਕਤ, ਸਾਡੇ ਗਰੂਰ ਦਾ ਅੰਤ ਹੋਣਾ ਹੀ ਹੁੰਦਾ। ਬਸ ਉਹ ਅੰਜਾਮ ਦੀ ਗੱਲ ਜਿਹੜੀ ਹੈ, ਜਦੋਂ ਮਨੁੱਖ ਉਸ ਨੂੰ ਵਿਸਾਰ ਦਿੰਦਾ ਹੈ ਤਾਂ ਉਹ ਗਰੂਰ ਅਤੇ ਹੰਕਾਰ ਵਿੱਚ ਲਬਰੇਜ਼ ਹੋ ਕੇ ਕਰਮ ਕਰਦਾ। ਇਸੇ ਕਰਕੇ ਉਸ ਨੂੰ ਦੁਸ਼ਟ ਕਿਹਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਹ ਬਚਨ ਕਰਦੇ ਨੇ, ਰੇ ਮਨ, ਹੇ ਮੇਰੇ ਮਨ, ਓਟ ਲੈ ਹੋ ਹਰਨਾਮਾ, ਹੇ ਮੇਰੇ ਮਨ, ਤੂੰ ਕੋਈ ਸਰਬ ਕਲਾ ਸਮਰੱਥ ਨਹੀਂ ਹੈ, ਤੇਰੀ ਤਾਕਤ ਦੀ ਵੀ ਇੱਕ ਪਾਇਆ ਹੈ, ਇਸ ਕਰਕੇ ਕਿਸੇ ਪੱਖ 'ਤੇ ਤੂੰ ਕਮਜ਼ੋਰ ਵੀ ਹੈ, ਨਿਮਾਣਾ ਵੀ ਹੈ, ਨਿਤਾਣਾ ਵੀ ਹੈ, ਨਿਓਟਾ ਵੀ ਹੈ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਤਿਗੁਰੂ ਮਹਾਰਾਜ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਪੇਸ਼ ਕੀਤਾ ਹੈ। ਹਾਲਾਂਕਿ ਅਸੀਂ ਸਾਰੇ ਹੀ ਇੱਕ ਸਿੱਖ ਸ਼ਰਧਾਲੂ ਹੋਣ ਦੇ ਨਾਤੇ, ਪੈਰੋਕਾਰ ਹੋਣ ਦੇ ਨਾਤੇ ਗੁਰੂ ਸਾਹਿਬ ਸਾਡੇ ਮਾਡਲ ਨੇ। ਪਰ ਕੀ ਗੁਰੂ ਸਾਹਿਬ ਨੇ ਮੁਬਾਰਕ ਬਾਣੀ ਵਿੱਚ ਅਕਾਲ ਪੁਰਖ ਨੂੰ ਇਹ ਨਹੀਂ ਕਿਹਾ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਓਟਿਆਂ ਦੀ ਓਟ ਹੈ, ਨਿਤੇਰਿਆਂ ਦੀ ਧਿਰ ਹੈ, ਤੂੰ ਸਾਡਾ ਗਰੀਬਾਂ ਦਾ ਮਾਲਕ ਹੈ, ਸਾਡਾ ਪਤਤਾਂ ਦਾ ਉਧਾਰਕ ਹੈ। ਇਸ ਨੂੰ ਸਮਰਪਣ ਭਾਵ ਕਿਹਾ ਜਾਂਦਾ ਹੈ। ਜਦੋਂ ਤੁਸੀਂ ਆਪਣੀ ਗਰੂਰ ਤੋਂ ਖਹਿੜਾ ਛੁਡਾ ਲੈਂਦੇ ਹੋ, ਆਪਣੇ ਹੰਕਾਰ ਤੋਂ ਮੁਕਤ ਹੋ ਕੇ ਸਮਰਪਣ ਭਾਵ ਵਿੱਚ ਆਉਂਦੇ ਹੋ, ਤਾਂ ਤੁਸੀਂ ਇੱਕ ਅਸੀਮ ਸੱਤਾ ਦੇ ਸਾਹਮਣੇ ਨਿਉ ਜਾਂਦੇ ਹੋ। ਉਹੀ ਸਮਰਪਣ ਹੈ। ਤੋ ਪਾਤਸ਼ਾਹ ਇੱਥੇ ਕਹਿੰਦੇ ਨੇ, ਹੇ ਮੇਰੇ, ਹੁਣ ਸੰਬੋਧਨ ਕਿਹਨੂੰ ਹੋ ਰਿਹਾ? ਮਨ ਨੂੰ। ਹੇ ਮੇਰੇ ਮਨ, ਤੂੰ ਕਮਜ਼ੋਰ ਹੈ, ਕਿਉਂਕਿ ਤੈਨੂੰ ਵਿਰੋਧੀ ਵਿਚਾਰ ਆ ਕੇ ਘੇਰਦੇ ਹਨ, ਤੈਨੂੰ ਮਾੜੇ ਫੁਰਨੇ ਆ ਕੇ ਦਬਾਉਂਦੇ ਹਨ ਅਤੇ ਤੈਨੂੰ ਵਿਕਾਰਾਂ ਵਿੱਚ ਲਿਪਤ ਕਰ ਦਿੰਦੇ ਹਨ। ਤਾਂ ਤੈਨੂੰ ਇਸ ਕਮਜ਼ੋਰ ਦਸ਼ਾ ਵਿੱਚ ਕਿਹਦਾ ਆਸਰਾ ਤੱਕਣਾ ਚਾਹੀਦਾ ਹੈ? ਓਟ ਲੈ ਹੋ ਹਰਨਾਮਾ, ਹਰੀ ਨਾਮ ਦਾ, ਪਰਮੇਸ਼ਰ ਦੀ ਯਾਦ ਦਾ। ਜਾ ਕੇ ਸਿਮਰਨ ਦੁਰਮਤ ਨਾਸੈ, ਜਿਸ ਦੇ ਸਮਰਨ ਨਾਲ, ਚਿੰਤਨ ਨਾਲ, ਖਿਆਲ ਨਾਲ, ਜਿਸ ਪਰਮੇਸ਼ਰ ਦੇ ਗੁਣਾਂ ਦੇ ਅਹਿਸਾਸ ਅਤੇ ਹੋਂਦ ਦੇ ਅਹਿਸਾਸ ਨਾਲ ਦੁਰਮਤ ਨਾਸ, ਭੈੜੀ ਮਤ। ਭੈੜੀ ਮਤ ਤੋਂ ਭਾਵ ਖੋਟੀ ਬੁੱਧੀ, ਖੋਟੇ ਖਿਆਲ, ਭੈੜੇ ਫੁਰਨੇ, ਉਹ ਜੋ ਸਾਡੀ ਮੱਤ ਨੂੰ ਪਲੀਤ ਕਰਦੇ ਨੇ, ਸਾਡੀ ਸੁਰਤ ਨੂੰ ਪਲੀਤ ਕਰਦੇ ਨੇ, ਔਰ ਫਿਰ ਸਾਡੇ ਕਰਮਾਂ ਦਾ, ਮਾੜੇ ਕਰਮਾਂ ਦਾ ਆਧਾਰ ਬਣ ਕੇ ਅਤੇ ਸਾਡੇ ਜੀਵਨ ਦੀ ਘਾੜਤ ਹੀ ਮਾੜੀ ਕਰ ਦਿੰਦੇ ਨੇ। ਦੁਰਮਤ, ਭੈੜੀ ਮਤ। ਉਹ ਭੈੜੀ ਮਤ ਨਾਸ਼ ਹੋ ਜਾਂਦੀ ਹੈ
ਤੇ ਫਿਰ ਕੀ ਪ੍ਰਾਪਤ ਹੁੰਦਾ ਹੈ? ਪਾਵੈ ਹੈ ਪਦ ਨਿਰਵਾਣਾ। ਨਿਰਵਾਣਾ ਦਾ ਮਤਲਬ ਹੈ ਨਿਰਵਾਣ, ਜਿੱਥੇ ਮੰਦੀ ਵਾਸ਼ਨਾ ਨਾ ਵਿਆਪੇ, ਮੰਦਾ ਫੁਰਨਾ ਪੈਦਾ ਹੋਣਾ। ਉਸ ਫੁਰਨੇ ਦਾ ਭਾਵ ਕੀ ਹੈ? ਸਾਡੇ ਕਰਮ ਨੂੰ ਸਾਡਾ ਫੁਰਨਾ ਨਿਰਧਾਰਿਤ ਕਰਦਾ ਹੈ ਅਤੇ ਸਾਡਾ ਕਰਮ ਸਾਡੇ ਜੀਵਨ ਨੂੰ ਨਿਰਧਾਰਿਤ ਕਰਦਾ ਹੈ। ਅਤੇ ਉਸ ਫੁਰਨੇ ਦੇ ਪਿੱਛੇ ਜਿਹੜੀ ਸ਼ਕਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਵਾਸ਼ਨਾ ਵਿੱਚ ਲਿਪਤ ਫੁਰਨਾ ਹੈ, ਵਿਕਾਰੀ ਹੈ, ਮੰਦੀ ਭਾਵਨਾ ਵਾਲਾ ਹੈ, ਉਹ ਵਾਸ਼ਨਾ ਵਾਲੇ ਫੁਰਨੇ ਤੇਰੇ ਅੰਦਰੋਂ ਮਿਟ ਜਾਂਦੇ ਹਨ। ਤੂੰ ਨਿਰਵਾਣ ਅਵਸਥਾ ਨੂੰ ਪਹੁੰਚ ਜਾਂਦਾ ਹੈ, ਜਿੱਥੇ ਅਸੀਂ ਬਹੁਤੇ ਧਰਮੀ ਇਸ ਕਰਕੇ ਹੁੰਦੇ ਹਾਂ, ਇਮਾਨਦਾਰ ਚੰਗੇ ਇਸ ਕਰਕੇ ਹਾਂ ਕਿ ਅਸੀਂ ਲੋਕ ਲਾਜ ਮੁਤਾਬਕ ਚੰਗਾ ਕਰ ਲੈਂਦੇ ਹਾਂ। ਕਈ ਵਾਰ ਅਸੀਂ ਅੰਦਰੋਂ ਚੰਗੇ ਨਹੀਂ ਹੁੰਦੇ, ਕਰਨਾ ਪੈਂਦਾ, ਬਾਹਰ ਮਾਹੌਲ ਐਸਾ, ਪ੍ਰਵਾਨ ਨਹੀਂ ਚੜ੍ਹਦੀ ਗੱਲ। ਪਰ ਜੇ ਬਾਹਰ ਦਾ ਮਾਹੌਲ ਉਹੋ ਜਿਹਾ ਨਾ ਹੋਵੇ, ਸਾਨੂੰ ਪ੍ਰਵਾਨਗੀ ਮਿਲ ਜਾਏ ਵੀ ਤੂੰ ਮਾੜਾ ਕਰ ਸਕਦਾ, ਫਿਰ ਅਸੀਂ ਕਿਹੋ ਜਿਹੇ ਹੋਵਾਂਗੇ? ਚੰਗਾ ਇਨਸਾਨ ਜਿਹੜਾ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਹਨੂੰ ਗੁਰਮੁਖ ਸੰਤ ਭਗਤ ਜਿਹੜਾ ਇਹ ਮਾਡਲ ਸਿਰਜਿਆ ਹੈ ਨਾ ਸਚਿਆਰਾ ਗੁਰਬਾਣੀ ਵਿੱਚ, ਉਹਦਾ ਬੇਸ ਹੀ ਚੰਗਿਆਈ 'ਤੇ ਰੱਖਿਆ ਗਿਆ ਕਿ ਉਹਦੇ ਅੰਦਰ ਮੰਦ ਵਾਸ਼ਨਾ ਹੀ ਨਹੀਂ। ਤੋ ਸਤਿਗੁਰੂ ਕਹਿੰਦੇ ਨੇ ਬੜ ਭਾਗੀ ਤਿਹ ਜਨ ਕੋ ਜਾਨਹੁ ਜੋ ਹਰਿ ਕੇ ਗੁਣ ਗਾਵੈ। ਉਸ ਜੀਵ ਨੂੰ ਹੀ ਵੱਡੇ ਭਾਗਾਂ ਵਾਲਾ ਸਮਝੋ, ਉੱਤਮ ਭਾਗ ਵਾਲਾ ਉਹੀ ਸਮਝੋ ਜੋ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਕਰਦਾ ਹੈ। ਗਾਵੈ ਦਾ ਮਤਲਬ ਇੱਕ ਸੁਰਤਾ ਪਾਉਣੀ, ਜਿਵੇਂ ਗਾਉਣ ਵਾਲਾ ਸੁਰ ਨਾਲ ਆਪਣੀ ਆਵਾਜ਼ ਨੂੰ ਇੱਕ ਸੁਰ ਕਰਦਾ। ਜਨਮ ਜਨਮ ਕੇ ਪਾਪ ਖੋਏ ਕੈ, ਸਤਿਗੁਰੂ ਕਹਿੰਦੇ ਨੇ ਚਿਰਾਂ ਦੇ, ਜਨਮ ਜਨਮ ਮਤਲਬ ਚਿਰਾਂ ਦੇ ਵੱਖ-ਵੱਖ ਬਿਰਤੀਆਂ ਵਿੱਚੋਂ ਹੁੰਦਿਆਂ ਹੋਇਆਂ ਜਿਹੜੇ ਉਸ ਨੇ ਪਾਪ ਸੰਚੈ ਕੀਤੇ ਨੇ, ਇਕੱਠੇ ਕੀਤੇ ਨੇ, ਜੋ ਸੰਸਕਾਰ ਅਪਣਾਏ ਨੇ ਪਾਪ ਵਾਲੇ, ਉਹ ਸਾਰੇ ਉਸ ਦੇ ਖੋਏ। ਖੋਏ ਦਾ ਮਤਲਬ ਗਵਾ ਕੇ, ਖਤਮ ਕਰਕੇ, ਫੁਨ ਫੇਰ ਬੈਕੁੰਠ ਸਿਧਾਵੈ। ਫਿਰ ਉਹ ਪਰਮੇਸ਼ਰ ਦੀ ਇੱਕ ਸੁਰਤਾ ਹਾਸਲ ਕਰਦਾ। ਗੁਰਮਤਿ ਵਿੱਚ ਬੈਕੁੰਠ ਕੋਈ ਅਸਮਾਨ ਉੱਤੇ ਜਾਂ ਕੋਈ ਵੱਖਰੀ ਪੁਰੀ ਜਾਂ ਨਗਰੀ, ਕੋਈ ਵੱਖਰੀ ਥਾਂ ਨਹੀਂ ਹੈ। ਇੱਕ ਆਤਮ ਅਵਸਥਾ ਹੈ, ਇੱਕ ਸੁਰਤ ਦਾ ਪੜਾਅ ਹੈ। ਅਜਾ ਮਲ ਕਉ ਅੰਤ ਕਾਲ ਮਹਿ ਨਾਰਾਇਣ ਸੋਧਾਈ। ਸਤਿਗੁਰੂ ਇਸ ਤੋਂ ਅੱਗੇ ਹਵਾਲੇ ਵਰਤਦੇ ਨੇ ਪੁਰਾਣੇ, ਜਿਹੜੇ ਕਿ ਸਤਿਗੁਰੂ ਅਕਸਰ ਹੀ ਆਪਣੇ ਸ਼ਬਦਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤੇ ਨੇ। ਅਜਾਮਲ ਇੱਕ ਵਿਦਵਾਨ, ਵਿਚਾਰਵਾਨ, ਧਰਮ ਗ੍ਰੰਥਾਂ ਨੂੰ ਸਮਝਾਉਣ ਵਾਲਾ, ਉਸ ਦੇ ਮੰਦੇ ਕਰਮਾਂ ਕਰਕੇ ਆਚਰਣ ਤੋਂ ਡਿੱਗ ਜਾਂਦਾ ਹੈ, ਪਰ ਇੱਕ ਵਕਤ ਉਸ ਦੀ ਜ਼ਿੰਦਗੀ 'ਚ ਐਸਾ ਆਉਂਦਾ ਹੈ, ਭਾਵੇਂ ਉਹ ਜ਼ਿੰਦਗੀ ਦਾ ਆਖਰੀ ਪਲ ਹੈ, ਨਾਰਾਇਣ ਸੋਧਾਈ, ਉਸ ਦੀ ਸੁਰਤ ਸੱਚ ਪਰਮੇਸ਼ਰ ਵਾਲੇ ਪਾਸੇ ਜਾਂਦੀ ਹੈ। ਅਤੇ ਕੀ ਹੁੰਦਾ ਹੈ? ਜਾਂ ਗਤ ਕਉ ਜੋਗੀਸ਼ਰ ਬਾਂਸ਼ਤ ਸੋ ਗਤ ਛਿਨ ਮੈਂ ਪਾਈ। ਵੱਡੇ ਵੱਡੇ ਜੋਗੀ ਜਿਸ ਮਨੋ ਅਵਸਥਾ ਨੂੰ, ਸੁਰਤ ਨੂੰ ਚਾਹੁੰਦੇ ਨੇ ਅਤੇ ਜਿਸ ਦੀ ਪ੍ਰਾਪਤੀ ਲਈ ਉਹ ਯਤਨ ਕਰਦੇ ਨੇ, ਉਹ ਉਸ ਨੂੰ ਸਹਿਜ ਹੀ ਮਿਲ ਗਈ ਚਿੰਤਨ ਕਰਕੇ। ਇੱਥੇ ਸਤਿਗੁਰੂ ਨੇ ਨਾਲ ਜੋਗੀਸ਼ਰਾਂ ਦੇ ਹੱਠ ਕਰਮ ਨੂੰ ਵੀ ਖੰਡਨ ਕਰ ਦਿੱਤਾ ਅਤੇ ਅਜਾਮਲ ਦੇ ਪਾਪ ਕੱਟੇ ਜਾਣ ਦਾ ਕਾਰਨ ਉਸ ਦੇ ਚੰਗੇ ਚਿੰਤਨ ਨੂੰ ਮੰਨਿਆ। ਸੋ ਸਤਿਗੁਰੂ ਆਖਦੇ ਨੇ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗੱਜ ਕੀਨਾ। ਨਾ ਕੋਈ ਬਿਖਮ ਵਿੱਦਿਆ ਦੀ ਵਿਚਾਰ ਕੀਤੀ ਹੈ। ਭਾਰਤੀ ਮੱਤ ਵਿੱਚ ਇੱਕ ਇਹ ਹੈ ਜਿਹੜਾ ਗ੍ਰੰਥਾਂ ਦੇ ਗਹਿਨ ਵਿੱਦਿਆ ਦੇ ਦੁਆਰਾ ਪਰਮਾਤਮਾ ਸੱਚ ਤੱਕ ਪਹੁੰਚਦਾ। ਇੱਕ ਉਹ ਨੇ ਜਿਹੜੇ ਕੁਝ ਕਰਮਕਾਂਡੀ ਰਸਤਾ ਅਪਣਾ ਕੇ ਆਤਮ ਸ਼ੁੱਧੀ ਦਾ ਯਤਨ ਕਰਦੇ ਨੇ। ਇੱਥੇ ਸਤਿਗੁਰੂ ਨੇ ਦੋਵਾਂ ਨੂੰ ਹੀ ਬੜੇ ਸਹਿਨ ਢੰਗ ਦੇ ਨਾਲ ਖੰਡਨ ਕਰਦਿਆਂ ਕਿਹਾ ਨਾਹਿਨ ਗੁਣ, ਕੋਈ ਵਿਦਿਅਕ, ਕੋਈ ਐਸਾ ਕੋਈ ਬਾਹਰੀ ਹੁਨਰ ਨਹੀਂ, ਨਾਹਿਨ ਕਛ ਵਿਦਿਆ, ਨਾ ਕੋਈ ਐਸੀ ਵਿਦਿਆ ਹੈ। ਧਰਮ ਗ੍ਰੰਥਾਂ ਦੀ ਬਿਖਮ ਜਿਹੜੀ ਹੈ, ਜਿਸ ਨੂੰ ਗਿਆਨ ਕਾਂਡ ਕਿਹਾ ਜਾਂਦਾ ਹੈ। ਧਰਮ ਕੌਣ ਗੱਜ ਕੀਨਾ, ਅਤੇ ਨਾ ਕੋਈ ਕਰਮਕਾਂਡੀ ਧਰਮ ਅਪਣਾਇਆ। ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ। ਕਿਸ ਨੇ ਨਹੀਂ ਅਪਣਾਇਆ ਇਹ ਗੱਜ, ਜਿਸ ਦੀ ਉਦਾਹਰਣ ਪਹਿਲਾਂ ਵੀ ਆਈ ਹੈ। ਗੱਜ ਇੱਕ ਹਾਥੀ, ਇੱਕ ਗੰਧਰਵ ਦੇਵਤਿਆਂ ਦਾ ਗਵਈਆ ਸਰਾਪ ਮਿਲਣ ਕਾਰਨ ਜਿਸ ਨੂੰ ਕਥਾ ਹੈ ਕਿ ਉਸ ਨੂੰ ਗੱਜ ਦਾ, ਹਾਥੀ ਦਾ ਜਨਮ ਮਿਲ ਜਾਂਦਾ ਹੈ, ਜੂਨ ਮਿਲ ਜਾਂਦੀ ਹੈ। ਉਹ ਤੰਦੂਏ ਦੇ ਜਾਲ ਵਿੱਚ ਫਸ ਜਾਂਦਾ ਹੈ ਇੱਕ ਸਰੋਵਰ ਵਿੱਚ, ਅਤੇ ਉਹ ਆਪਣੀ ਭਾਵਨਾਤਮਕ ਤਾਕਤ ਨਾਲ ਮੁਕਤ ਹੁੰਦਾ ਹੈ। ਇੱਥੇ ਸਤਿਗੁਰੂ ਨੇ ਬਲ ਕਿਹੜੀ ਚੀਜ਼ 'ਤੇ ਦਿੱਤਾ ਇਸ ਉਦਾਹਰਣ ਵਿੱਚੋਂ? ਜੇ ਤੁਹਾਡੀ ਭਾਵਨਾ ਸ਼ੁੱਧ ਨਹੀਂ ਹੈ, ਤੁਹਾਡੇ ਹੁਨਰ, ਤੁਹਾਡੀ ਕਲਾ, ਤੁਹਾਡੀ ਵਿੱਦਿਆ, ਤੁਹਾਡੇ
ਕੀਤੇ ਹੋਏ ਬਾਹਰੀ ਕਰਮ ਕਾਂਡ ਜਿਹੜੇ ਹਨ, ਯਤਨ ਜਿਹੜੇ ਹਨ, ਉਹ ਤੁਹਾਨੂੰ ਸਚਿਆਰਾ ਜਾਂ ਰੱਬ ਵਾਲਾ ਨਹੀਂ ਬਣਾ ਸਕਦੇ। ਤੋ ਸਤਿਗੁਰੂ ਆਖਦੇ ਨੇ, ਨਾਨਕ ਬਿਰਦ ਰਾਮ ਕਾ ਦੇਖੋ। ਉਸ ਪਰਮੇਸ਼ਰ ਰਾਮ ਰਮੇ ਹੋਏ ਪਰਮੇਸ਼ਰ ਦਾ ਬਿਰਦ ਸੁਭਾਅ ਵੇਖੋ। ਅਭੈ ਦਾਨ ਤੇ ਦੀਨਾ, ਜਿਸ ਦੀ ਭਾਵਨਾ ਸ਼ੁੱਧ ਹੈ ਉਸ ਨੂੰ ਅਭੈ, ਡਰ ਤੋਂ ਮੁਕਤ ਅਵਸਥਾ, ਪਦ ਅਵਸਥਾ ਬਖਸ਼ਿਸ਼ ਕਰ ਦਿੱਤੀ। ਤੋ ਇੱਥੇ ਸਤਿਗੁਰੂ ਜੀ ਆਤਮ ਚੰਗਿਆਈ ਦੀ ਗੱਲ ਕਰਦੇ ਨੇ। ਉਹ ਆਤਮ ਚੰਗਿਆਈ ਤੁਹਾਡੀ ਚੰਗੀ ਥਿੰਕਿੰਗ ਉੱਤੇ, ਤੁਹਾਡੀ ਚੰਗੀ ਭਾਵਨਾ ਦੇ ਉੱਤੇ, ਤੁਹਾਡੀ ਸੁਰਤ ਦੀ ਪਵਿੱਤਰਤਾ ਦੇ ਉੱਤੇ ਟਿਕੀ ਹੋਈ ਹੈ। ਅਤੇ ਇਹ ਉਸ ਦੀ ਓਟ ਅਤੇ ਆਸਰਾ ਲੈਣ ਦਾ ਜਿਹੜਾ ਸਤਿਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਇੱਥੇ ਯਤਨ ਦ੍ਰਿੜ ਕਰਾਇਆ, ਉਹਦੇ ਵਿੱਚੋਂ ਹੀ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ। ਸਾਹਿਬ ਕਿਰਪਾ ਕਰਨ ਇਸ ਮੁਬਾਰਕ ਸ਼ਬਦ ਦਾ ਤੱਤ ਭਾਵ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।